ਹੋਵੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ਼ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਧੰਨ ਵਾਹਿਗੁਰੂ ਸਾਹਿਬ ਜੀਓ, ਸੋਰਠ ਮਹਿਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰਿ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ, ਮਨ ਕੇ ਮਨ ਹੀ ਮਾਹੇ ਰਹੀ। ਨਾ ਹਰਿ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ। ਰਹਾਉ ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਭਾਗਾਂ ਵਾਲੇ ਹੋ ਜੋ ਸਾਹਿਬਾਂ ਨੇ ਆਪਣੀ ਰਹਿਮਤ ਬਖਸ਼ਿਸ਼ ਕਿਰਪਾ ਕਰਕੇ ਗੁਰੂ ਦੀ ਗੋਦ ਅੰਦਰ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਰਵਣ ਕਰ ਰਹੇ ਸੀ। ਉਪਰੰਤ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਜੋ ਸੋਰਠ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 631 632 ਤੇ ਸ਼ੋਭਤ ਹਨ, ਆਪ ਜੀ ਨੇ ਸ਼ਰਵਣ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਨੁੱਖ ਦੇ ਮਨ ਦੀ ਹਾਲਤ ਬਿਆਨ ਕਰਦੇ ਹਨ। ਕਹਿਣ ਲੱਗੇ, ਮਨ ਕੀ ਮਨ ਹੀ ਮਾਹੇ ਰਹੀ। ਮਨੁੱਖ ਦੇ ਮਨ ਦੀਆਂ ਗੱਲਾਂ, ਮਨ ਦੇ ਫੁਰਨੇ, ਮਨ ਦੀਆਂ ਆਸਾਂ ਮਨ ਵਿੱਚ ਹੀ ਰਹਿ ਜਾਂਦੀਆਂ, ਕਿਉਂਕਿ ਮਨੁੱਖ ਦੇ ਅੰਦਰ
ਰੋਜ਼ ਲਹਿਰਾਂ ਚੱਲਦੀਆਂ ਨੇ ਫੁਰਨਿਆਂ ਦੀਆਂ, ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਪਾਣੀ ਦੀਆਂ ਉੱਡਦੀਆਂ, ਦਰਿਆ ਦੇ ਵਿੱਚ ਲਹਿਰਾਂ ਉੱਡਦੀਆਂ ਹਨ, ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਰੋਜ਼ ਲਹਿਰਾਂ ਉੱਡਦੀਆਂ। ਇੱਕ ਖੜਾ ਪਾਣੀ ਹੈ ਨਾ, ਸਰੋਵਰ ਦਾ ਪਾਣੀ, ਉਹਦੇ ਨਿੱਕਾ ਜਿਹੇ ਕੰਕਰ ਸੁੱਟੋ ਤੁਸੀਂ, ਵੇਖੋ ਕਿੰਨੀਆਂ ਲਹਿਰਾਂ ਉਹਦੇ ਚ ਪੈਦਾ ਹੋ ਜਾਂਦੀਆਂ ਨੇ। ਬਸ ਮਨੁੱਖ ਦੇ ਮਨ ਵਿੱਚ ਇੱਕ ਫੁਰਨਾ ਪੈਦਾ ਹੁੰਦਾ ਹੈ ਕਿਸੇ ਚੀਜ਼ ਦਾ, ਉਸ ਫੁਰਨੇ ਨੇ ਕਈ ਲਹਿਰਾਂ ਪੈਦਾ ਕਰ ਦੇਣੀਆਂ। ਮਨ ਵਿੱਚ ਇੱਕ ਸੋਚ ਆਉਂਦੀ ਹੈ, ਉਹ ਫਿਰ ਲਹਿਰਾਂ ਸ਼ੁਰੂ ਹੋ ਜਾਂਦੀਆਂ, ਭਈ ਆਹ ਮਿਲ ਜਾਏ ਮੈਨੂੰ ਆਹ ਮਿਲ ਜਾਏ, ਇਸ ਤਰ੍ਹਾਂ ਹੋਣਾ ਚਾਹੀਦਾ। ਫਿਰ ਸੋਚਦੇ ਆ ਕਈ ਹੋਰ ਵਿੱਚੋਂ ਸੋਚਾਂ ਪੈਦਾ ਹੋ ਜਾਂਦੀਆਂ ਨੇ, ਹੋਰ ਫੁਰਨੇ ਵਿਚਾਰਾਂ ਪੈਦਾ ਹੋ ਜਾਂਦੀਆਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਮਨੁੱਖ ਜ਼ਿੰਦਗੀ ਦਾ ਮਕਸਦ ਭੁੱਲ ਜਾਂਦਾ, ਵਿੱਚ ਦੁਨੀਆ ਕਾਹੇ ਆਇਆ, ਸੰਸਾਰ 'ਚ ਕਿਉਂ ਆਇਆ। ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇਰੀ ਜ਼ਿੰਦਗੀ ਦਾ ਮਕਸਦ ਇਹ ਹੈ ਕਿ ਤੂੰ ਉਸ ਰੱਬ ਦੀ ਬੰਦਗੀ ਕਰਨ ਲਈ, ਉਸਦੀ ਇਬਾਦਤ ਕਰਨ ਲਈ ਇਸ ਸੰਸਾਰ ਵਿੱਚ ਆਇਆ। ਪਰ ਸਾਹਿਬ ਜੀ ਕਹਿੰਦੇ ਫਿਰ ਮਨੁੱਖ ਦੇ ਮਨ ਵਿੱਚ ਫੁਰਨੇ ਪੈਦਾ ਹੋ ਜਾਂਦੇ, ਇਬਾਦਤ ਕਿੱਥੋਂ ਸ਼ੁਰੂ ਹੋਏ। ਉਹ ਫੁਰਨੇ ਪੂਰਨ ਹੋਣ, ਆਸਾਵਾਂ ਪੂਰਨ ਹੋਣ ਤਾਂ ਇਬਾਦਤ ਸ਼ੁਰੂ ਕਰੇ ਨਾ। ਇੱਕ ਆਸ ਪੂਰਨ ਹੁੰਦੀ ਹੈ, ਹੋਰ ਆਸਾਂ ਪੈਦਾ ਹੋ ਜਾਂਦੀਆਂ ਨੇ। ਬੜਾ ਪਿਆਰੇ ਸਾਰੇ ਬਚਨ ਪੜ੍ਹਦੇ ਆ ਬਾਣੀ ਵਿੱਚ। ਸਾਹਿਬ ਜੀ ਕਹਿਣ ਲੱਗੇ ਕਿ ਮਨੁੱਖ ਨੂੰ ਜਿਉਂ ਮਿਲਦਾ ਹੈ ਨਾ, ਜੋ ਆਸ ਰੱਖਦਾ ਮਨ ਵਿੱਚ, ਜਦੋਂ ਆਸ ਪੂਰਨ ਹੁੰਦੀ ਹੈ, ਉਹ ਆਸ ਪੂਰਨ ਹੋਣ ਤੋਂ ਬਾਅਦ ਕਈ ਆਸਾਂ ਪੈਦਾ ਹੋ ਜਾਂਦੀਆਂ ਨੇ। ਪਹਿਲਾਂ ਆਸ ਫੁਰਨਾ ਪੈਦਾ ਹੁੰਦਾ ਮਨੁੱਖ ਦੇ ਮਨ ਵਿੱਚ, ਕਿ ਨੌਕਰੀ ਨਹੀਂ ਹੈ ਮੇਰੀ, ਕਿਤੇ ਨੌਕਰੀ ਮਿਲ ਜਾਏ ਤਾਂ ਸੁਖੀ ਹੋ ਜਾਵਾਂ। ਹੁਣ ਨੌਕਰੀ ਮਿਲ ਗਈ, ਅੱਗੇ ਫੁਰਨਾ ਪੈਦਾ ਹੋਇਆ, ਘਰ ਨਹੀਂ ਹੈ ਮੇਰੇ ਕੋਲ। ਹੁਣ ਘਰ ਬਣਾ ਰਹੇ ਤੇ ਨਾਲ ਫੁਰਨਾ ਪੈਦਾ ਹੁੰਦਾ, ਮੇਰੇ ਤਾਂ ਹਾਲਾ ਸ਼ਾਦੀ ਵੀ ਨਹੀਂ, ਵਿਆਹ ਵੀ ਨਹੀਂ ਕੀਤਾ, ਵਿਆਹ ਵੀ ਕਰਨਾ। ਹੁਣ ਵਿਆਹ ਵੀ ਹੋ ਗਏ, ਫਿਰ ਅੱਗੇ ਬੱਚਾ ਔਲਾਦ ਹੋਵੇ। 5-7 ਸਾਲ ਦੇ ਬਾਅਦ ਜੇ ਕਿਤੇ ਘਰ ਵਿੱਚ ਧੀ ਵੀ ਪੈਦਾ ਹੋ ਜਾਵੇ, ਫਿਰ ਵੀ ਕਹਿੰਦਾ ਨਹੀਂ ਪੁੱਤਰ ਹੋਣਾ ਚਾਹੀਦਾ। ਹੁਣ ਪੁੱਤਰ ਹੋ ਗਿਆ, ਕਹਿੰਦਾ ਹੁਣ ਇਕੱਲਾ ਇੱਕ ਹੋਰ ਹੋਣਾ ਚਾਹੀਦਾ, ਉਹ ਵੀ ਹੋ ਗਿਆ। ਹੁਣ ਫੁਰਨੇ ਪੈਦਾ ਹੁੰਦੇ ਨੇ, ਬੱਚੇ ਨੂੰ ਸਕੂਲ ਕਿਹੜੇ ਪਾਉਣਾ, ਵਧੀਆ ਸਕੂਲ ਪਾਈਏ। ਫਿਰ ਸਕੂਲਾਂ ਦੀ ਭਾਲ ਕਰਦਾ, ਕਿਹੜਾ ਸਕੂਲ ਵਧੀਆ। ਸਕੂਲਾਂ 'ਚ ਪੜ੍ਹਾਈ ਸ਼ੁਰੂ ਹੋ ਗਈ, ਫਿਰ ਫੁਰਨੇ ਪੈਦਾ ਹੁੰਦੇ ਨੇ ਕਿ ਬੱਚੇ ਨੂੰ ਟਿਊਸ਼ਨ ਕਿੱਥੇ ਵਧੀਆ ਲਗਵਾਈ ਜਾਵੇ। ਫਿਰ ਫੁਰਨਾ ਪੈਦਾ ਹੁੰਦਾ, ਵੱਡਾ ਹੋ ਗਿਆ, ਬੱਚਾ ਹੋ ਰਿਹਾ, ਨੌਕਰੀ ਕੀ ਕਰੇਗਾ ਅੱਗੇ, 10th ਤੋਂ ਬਾਅਦ 12th ਕੀ ਕਰਾਈ, ਮੈਡੀਕਲ ਕਰਵਾਈਏ, ਨਾਨ ਮੈਡੀਕਲ ਕਰਾਈਏ। ਫੁਰਨਾ ਪੈਦਾ ਹੁੰਦਾ, ਡਾਕਟਰ ਬਣਾਉਣਾ, ਟੀਚਰ ਬਣਾਉਣਾ, ਇੰਜੀਨੀਅਰ ਬਣਾਉਣਾ, ਕਿਹੜੇ ਪਾਸੇ ਜਾਣਾ, ਹੋਰ ਹੀ ਪੈਦਾ ਹੁੰਦੇ ਨੇ। ਫਿਰ ਮਨ ਵਿੱਚ ਫੁਰਨੇ ਪੈਦਾ ਹੁੰਦੇ ਨੇ, ਹੁਣ ਨੌਕਰੀ ਕਰਨੀ ਹੈ ਇਸਨੇ, ਫਿਰ ਅੱਗੇ ਵਿਆਹ, ਫਿਰ ਅੱਗੇ ਦੋਤੇ ਪੋਤੇ ਰਜਦਾ ਕਦੇ। ਵੱਡੇ ਵੱਡੇ ਰਾਜਨੇ ਅਰ ਭੂਮਣ ਤਾਕੀ, ਤ੍ਰਿਸ਼ਨਾ ਬੁਝੀ, ਲਪਟ ਰਹੇ ਮਾਇਆ ਰੰਗ ਰਾਤੇ, ਲੋਚਨ ਕਛੂ ਨਾ ਸੂਝੀ। ਕਹਿੰਦੇ ਕਿ ਵਿਖਿਆ ਮੈਂ ਕਿਨਹੇ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਨ ਨਹੀਂ ਤਰਾਪੈ, ਬਿਨਹਰ ਕਹਾਂ ਗਾਈ। ਵੀ ਪਾਵਕ ਕਹਿੰਦੇ ਨੇ ਅੱਗ ਨੂੰ, ਕਿ ਬੜਾ ਭਾਂਬੜ ਵਚਿਆ ਹੋਵੇ ਅੱਗ ਦਾ, ਤੇ ਮਨੁੱਖ ਕਹਿੰਦਾ ਬਈ ਉਹਦਾ ਹੀ ਮੈਂ ਪੈਟਰੋਲ ਪਾ ਦਿਆਂ, ਉਹਦੇ ਮੈਂ ਕੋਇਲਾ ਪਾ ਦੇ, ਲੱਕੜਾਂ ਪਾ ਦਿਆਂ, ਇਹ ਭਾਂਬੜ ਖਤਮ ਹੋ ਜਾਏਗਾ। ਨਹੀਂ, ਉਹਦੇ ਭਾਂਬੜ ਹੋਰ ਵਧੇਗਾ। ਜਿਉਂ ਜਿਉਂ ਮਨੁੱਖ ਨੂੰ ਮਿਲਦਾ ਹੈ ਨਾ, ਹੋਰ ਫੁਰਨੇ ਪੈਦਾ ਹੁੰਦੇ, ਮਨ ਵਿੱਚ ਹੋਰ ਫੁਰਨੇ ਪੈਦਾ ਹੋ ਜਾਂਦੇ। ਅਸਲ ਵਿੱਚ ਮਨ ਕੀ ਹੈ, ਮਨ ਦੇ 4 ਭੇਦ ਨੇ, 4 ਟਾਈਪ ਕਹਿ ਲਓ, ਭਾਗ ਕਹਿ ਲਓ, ਕਿਸਮਾਂ ਕਹਿ ਲਓ। ਮਨ, ਚਿੱਤ, ਬੁੱਧ, ਮਤ ਤੇ ਅਹੰਕਾਰ। ਮਨ ਦੇ 4 ਫੁਰਨੇ, ਚਿੱਤ, ਬੁੱਧ, ਮਤ ਤੇ ਅਹੰਕਾਰ। ਬੁੱਧ ਦਾ ਕੰਮ ਹੈ ਸਾਨੂੰ ਸਹੀ ਤੇ ਗਲਤ ਦੀ ਸੋਝੀ ਕਰਾਉਣੀ। ਪਰ ਕਈ ਵਾਰ ਐਸਾ ਹੁੰਦਾ ਕਿ ਬੁੱਧ ਪਰ ਵੀ ਮਨ ਹਾਵੀ ਹੋ ਜਾਂਦਾ ਹੈ, ਤੇ ਚੰਗੇ ਮਨ ਦੀ ਸੋਝ ਪੈਦਾ ਨਹੀਂ ਹੋਣ ਦਿੰਦਾ। ਚਿੱਤ ਦਾ ਭਾਵ ਹੈ ਯਾਦ ਕਰਨਾ। ਅੱਜ ਤੋਂ ਕਈ ਸਾਲ ਪਹਿਲਾਂ ਸਾਨੂੰ ਕੋਈ ਘਟਨਾ ਵਾਪਰੀ ਹੈ, ਸਾਨੂੰ ਅੱਜ ਵੀ ਚੇਤੇ। ਤੁਸੀਂ ਵੇਖੋ ਕਈ ਲੋਕ ਜਿਹੜੇ ਨੇ ਕਿਤੇ ਜ਼ਿੰਦਗੀ ਕਿਤੇ
घटना वापरी ने अग नाल, वो अग तो भी डरते हैं। किसी ने घटना वापरी पानी ना दरिया के नेड़े जाने तो डरते। कई ने घटना वापरी कि मोटरसाइकिल कोई एक्सीडेंट हो गया, वो डरते हैं हुण मोटरसाइकिल चलाने। तुसीं वेखो कई ऐसे मिलणगे, एक बार होया सी एक्सीडेंट चलाना ही छड्डता, उस तो बाद वो बैठा होया मन डर बैठा होया। कई साल पहला किसी ने कोई सानू गल कही, छोटे होंदे सी भावें, ते अज भी सानू चेते च इस बंदे ने सानू आ गल कही सी, भावें उस तो बाद किन्नियां गल्लां हो गई। वो साडे चित्ती बैठी हंकार च मैं पैदा हो गई, कि जो मैं सोचदा जो मैं करदा हूं ठीक है। बस इसे भी लगर साहब ने फिर मन ही माहे रही। मनुख की दौड़ मन में यही है कि मैनू सुख की शांति प्राप्त होवे, पर वो शांति हुंदी नहीं प्राप्त। क्योंकि जिन्हां चीज़ों से मनुख का मन सोचता है आ चीज़ां मिलन तो मैनू शांति पैदा होवेगी, नहीं, बल्कि जो मिलदी ने होर शांत हो जाता है। जिहदे घर औलाद नहीं है सोचता औलाद होवे शांति हो जाएगी, औलाद पैदा हो तो शांति फिर भी नहीं आएगी, फिर भी मन टिकदा नहीं, आसावां मन भी टिकदियां ही नहीं। सही ने मन ही माहे रही, मन दियां गल्लां मन दे पुरने मन विच रह गए। कई बंदे सोचते हैं कि किसी फलाने थां चले जाइए मन को शांति मिलेगी। बड़ा प्यारा बचन पढ़ते हैं भगत कबीर जी का, कहने के कई ने सोचा घर बार त्याग दईए, जंगलों में चले जाइए तो जाके मन को शांति मिलेगी। साहब कहने ग्रह तज बन खंड जाइए चुन खाइए कंधा, अजू बिकार ना छोटे पापी मन मंदा। तो एक घर छड़िया ग्रह तज बन खंड जाइए जंगलों में चले गए, चुन खाइए कंधा जाके कंद मुल खादियां, पत्ते खा के फल फ्रूट खा के आ गुजारा किया। मन घर विच रहांगे, घर के स्वादले पदार्थ कई ऐसे सी भी शायद घर विच वधिया पकवान छकण नाल मन विच विकार पैदा होणगे। ये छड़ दिओ, पत्ते खा के फल खा के गुजारा करो, मन शांत नहीं होवेगा। गुरु साहिब भगत कबीर जी ने बड़ा प्यारा किया। भगत कबीर पुछदे उन्होंने जाके उन्होंने योगियां नूं, कहने तुसीं घर ते आ गया कि तुहाडे मन नूं शांति आ गई, कि तुहाडा मन विकार करने छड्ड गया। जो लोगों के घर मंगण जाते हो कि उन्होंने धियां उन्होंने बच्चे नूं वेख के मन विच तुहाडे फुरने नहीं पैदा होंदे? गलत कहते जी पैदा होंदे ने। कहते फिर कद नहीं घर ते आ गया तुसीं? ग्रह तज बन खन जाइए चुन खाइए कंधा। तुसीं वेखो अज बहुत सारे समाज में संसार में ऐसे ऐसे लोग ने जिहड़े कहते असीं शादी नहीं की, असीं विआह नहीं करते, असीं जदी सती होने आ, पर जो सामने उन्होंने केस आउंदे ने यूट्यूब तुसीं वेखो बहुत सारे उन्होंने वीडियो पाए हुए हैं, जेलां हो गई फिर उन्होंने वो कर्म किते जो आम इंसान को तो 100 बार सोचता है, पर उन्होंने कई बार किया, क्योंकि लोग सोचते सी बड़े बड़े ब्रह्म ज्ञानी ने। गुरु साहिब ने सानू गृहस्थी बनाया, सगल धर्म गृहस्थ प्रधान। साढ़े सारे गुरु साहिब गृहस्थी। तो साहिब जी कहते भगत कबीर पूछते हैं तुसीं हुण घर छड्डिया, जंगलों में चले गए, कंद मूल खा के गुजारा करते हो, हुण तां तुहाडे मन में विकार नहीं पैदा होंदे होणगे? कहने जी होंदे। फिर कद लई छड्डिया? घर क्यों त्यागया तुसीं? ग्रह तज बन खन जाइए चुन खाइए कंधा, अजहू बिकार ना छोड़े पापी मन मंदा। क्यों छूटों कैसे तरों भव जल निध भारी, राख राख मेरे बिठला जन शरण तुम्हारी। मैं तेरी शरण में हाँ, क्योंकि बिखा की वासना तुझी न जाई। साड़ा मन जी वासना ने त्यागदा, अनेक जतन कर राखी है फिर लपटाई। किन्ने यतन करते हैं, कंद मूल खादियां अक्त पूरा खादा, पर सादा मन जड़ा विकारी नहीं होवेगा, पर फिर विकारी। हुण मन कई बार सोचता भी फलानी थां चला जावां ना उत्थे शांति मिलेगी। तुसीं वेखो कई लोग कहणगे कि फलानी थां जाओ बड़ी शांति है, अपने मुहल्ले दे नेड़े गुरुद्वारे भावें ना जाते होण, फलानी थां ते जाओ शांति बड़ी है। पर कुछ समय उत्थे रहणगे फिर कहणगे हुण इत्थे भी माहौल खराब हो गया, हुण इत्थे शांति रही नहीं।
ਕਾਰਨ ਕੀ ਸੀ? ਕਿਉਂਕਿ ਜਿਸ ਘਰ ਦੇ ਵਿੱਚ, ਜਿਸ ਘਰ ਦੇ ਲਾਗੇ ਗੁਰਦੁਆਰਾ ਜਾਂਦਾ ਸੀ, ਲੋਕ ਸਾਰੇ ਜਾਣਦੇ ਸਨ ਉਸ ਨੂੰ ਵੀ ਕਿੰਨੋਂ ਕੋ ਗੁਣਾ ਦਾ ਮਾਲਕ ਹੈ। ਹੁਣ ਨਵੀਂ ਜਗ੍ਹਾ ਗਿਆ, ਲੋਕ ਨਹੀਂ ਸੀ ਜਾਣਦੇ। ਗਿਆ, ਲੋਕਾਂ ਨੇ ਕਿਹਾ ਬੜਾ ਧਰਮੀ ਹੈ, ਬੜਾ ਧਰਮੀ ਹੈ। ਤੇ ਕੁਝ ਸਮੇਂ ਲੋਕ ਜਾਣ ਗਏ ਵੀ ਕਿੰਨਾ ਕੋ ਧਰਮੀ ਹੈ, ਕਿੰਨੀ ਮੈਂ ਭਰੀ ਦੇ ਅੰਦਰ, ਕਿੰਨੀ ਕੋ ਬਾਣੀ ਨਾਲ ਜੁੜਿਆ ਹੋਇਆ। ਹੁਣ ਲੋਕ ਉਹਦਾ ਸਤਿਕਾਰ ਉਤਰਾ ਨਹੀਂ ਕਰਦੇ। ਕਹਿੰਦਾ ਹੁਣ ਤੇ ਸ਼ਾਂਤੀ ਨਹੀਂ, ਕਿਤੇ ਹੋਰ ਤੁਰੀਏ, ਕਿਤੇ ਹੋਰ ਜਾਈ ਸ਼ਾਂਤੀ ਲੈ। ਸਭ ਨੇ ਫਿਰ ਮਨ ਵਿੱਚ ਰਹਿ ਗਈ, ਨਾ ਹਰ ਭਜੇ ਨਾ ਤੀਰਥ ਸੇਵੇ। ਇਸ ਜੀਵਨ ਵਿੱਚ ਆ ਕੇ ਨਾ ਹੀ ਇਸਨੇ ਰੱਬ ਦੀ ਬੰਦਗੀ ਕੀਤੀ, ਨਾ ਤੀਰਥ। ਗੁਰਬਾਣੀ ਵਿੱਚ ਤੀਰਥ ਗੁਰੂ ਨੂੰ ਵੀ ਕਿਹਾ, ਤੀਰਥ ਨਾਮ ਨੂੰ ਕਿਹਾ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗਿਆਨ ਵੀ ਤੀਰਥ ਹੈ, ਸ਼ਬਦ ਵੀ ਤੀਰਥ ਹੈ, ਬਾਣੀ ਵੀ ਤੀਰਥ ਹੈ। ਤੇ ਇੱਥੇ ਤੀਰਥ ਦਾ ਭਾਵ ਹੈ ਗੁਰਮੁਖਾਂ ਦੀ ਸੰਗਤ, ਹਰ ਜਣਾ ਦੀ ਸੰਗਤ। ਵੀ ਨਾ ਤੂੰ ਰੱਬ ਦੀ ਬੰਦਗੀ ਕੀਤੀ, ਨਾ ਤੂੰ ਕਦੇ ਸਤਸੰਗਤ ਵਿੱਚ ਗਿਆ। ਤੁਸੀਂ ਵੇਖੋ ਅੱਜ ਸਾਡੇ ਆਸੇ ਪਾਸੇ ਕਿੰਨੇ ਕੁ ਘਰ ਨੇ ਸਿੱਖਾਂ ਦੇ, ਪਰ ਜਦੋਂ ਗੁਰਦੁਆਰੇ ਅੰਦਰ ਵੇਖਦੇ ਆ, ਉਹ ਗਿਣੇ ਚੁਣੇ 2-4 ਬੰਦੇ ਜਿਹੜੇ ਰੋਜ਼ ਆਉਂਦੇ। ਤੇ ਸਾਹਿਬ ਨੇ ਬੜਾ ਪਿਆਰਾ ਕਿਹਾ ਸੀ, ਗੁਰੂ ਤੇਗ ਸਾਹਿਬ, ਮੰਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਮਨਾ ਕਿਹੜੇ ਪਾਸੇ ਤੁਰ ਪਿਆ ਤੂੰ? ਪਰਾਇਆ ਰੂਪ ਵੇਖਦਾ ਹੈ, ਪਰਾਈ ਨਿੰਦਾ ਕਰਦਾ ਹੈ, ਆਈ ਰਹਿ ਕੇ ਤੇਰੀ ਜ਼ਿੰਦਗੀ ਵਿੱਚ। ਰੱਬ ਦੀ ਬੰਦਗੀ ਨਹੀਂ ਕਰਦਾ। ਇਹਨਾਂ ਵਿਕਾਰਾਂ ਤੋਂ, ਬੁਰਾਈਆਂ ਤੋਂ ਮੁਕਤ ਕਿਵੇਂ ਹੋਣਾ? ਇਹ ਕਦੇ ਜਾਣਿਆ ਹੀ ਨਹੀਂ ਤੂੰ। ਮੁਕਤ ਪੰਥ ਜਾਣਿਓ ਤੈ ਨਾਹਨ, ਕੀਤਾ ਕਿ ਧਨ ਜੋਰਨ ਕੋ ਧਾਇਆ, ਧਨ ਇਕੱਠਾ ਕਰ ਲਵਾਂ, ਮੇਰਾ ਬੈਂਕ ਬੈਲੈਂਸ ਵੱਧ ਜਾਏ, ਮੇਰੇ ਕੋਠੀਆਂ ਵੱਡੀਆਂ ਹੋ ਜਾਣ। ਇਹੀ ਸੋਚਦਾ ਰਹਿ ਗਿਆ। ਪਰ ਕਹਿਣ ਲੱਗੇ ਅੰਤ ਸੰਗ ਕਾਹੂ ਨਹੀਂ ਦੀਨਾ, ਮਣਾ ਇਹ ਤੇਰੇ ਨਾਲ ਨਹੀਂ ਜਾਣਗੇ। ਆਖੀਏ ਬਿਰਥਾ ਜਨਮ ਬੰਦਾਇਆ, ਆਪਣਾ ਜਨਮ ਐਵੇਂ ਬਣਾਈ ਜਾ ਰਹੀ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ। ਨਾ ਤੂੰ ਕਦੇ ਗੁਰੂ ਦੇ ਸ਼ਰਨ ਵਿੱਚ ਆਇਆ, ਨਾ ਸਤਸੰਗਤ ਕੀਤੀ, ਨਾ ਹੀ ਤੈਨੂੰ ਕੋਈ ਗਿਆਨ ਪੈਦਾ, ਸੂਝ ਪੈਦਾ ਹੋਈ ਵੀ ਕਿ ਸੰਸਾਰ ਵੀ ਕਦੇ ਨਹੀਂ ਆਏ ਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਪੁਜਿਓ ਕਛ ਗਿਆਨਾ। ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜ ਤੂੰ ਦਿਆਨਾ। ਤੂੰ ਜੰਗਲਾਂ ਵੀ ਲੱਭਦਾ ਰਿਹਾ ਤੇ ਰੱਬ ਕਿਤੇ ਹੋਰ ਬੈਠਾ ਹੋਇਆ। ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਮਨ ਕੀ ਮਨ ਹੀ ਮਾਹੇ ਨਹੀਂ, ਨਾ ਹਰ ਭਜੇ ਨਾ ਤੀਰਥ ਸੇਵੇ, ਨਾ ਗੁਰਮੁਖਾਂ ਦੀ ਹਰ ਜਨ ਦੀ ਸੇਵਾ ਕੀਤੀ, ਸੰਗਤ ਕੀਤੀ। ਚੋਟੀ ਕਾਲ ਗਈ, ਕੀਤਾ ਕਿ ਮੌਤ ਦੇ ਸਿਰ ਤੇ ਵਾਲਾਂ ਤੋਂ ਅੱਗੇ ਫੜ ਲਈ। ਹੋਇਆ ਕਿ ਫਿਰ ਸੋਚੇ ਤਾਂ ਸਾਚਤ ਰਹਿਣ ਵੀ ਹਨ। ਇਹ ਸੋਚਦੇ ਹੀ ਰਹਿ ਗਏ ਆ। ਕਈ ਤੁਸੀਂ ਵੇਖੋ ਜ਼ਿੰਦਗੀ ਸੋਚਦੇ ਲੱਗ ਜਾਂਦੀ ਹੈ, ਭਾਈ ਹੁਣ ਮੈਂ ਗੁਰੂ ਵਾਲਾ ਬਣ ਜਾਣਾ, ਹੁਣ ਮੈਂ ਅੰਮ੍ਰਿਤ ਛਕ ਲੈਣਾ। ਇਹ ਅਗਲੇ ਸਾਲ ਕਰਦੇ ਆ ਮੌਤ ਨੇੜੇ ਚਲਾ ਜਾਂਦਾ, ਗੁਰੂ ਵਾਲਾ ਨਹੀਂ ਬਣਦਾ। ਸਾਹਿਬ ਨੇ ਚੋਂਟੀ ਕਾਲ ਗਏ, ਮੌਤ ਨੇ ਸਿਰ ਤੋਂ ਆ ਕੇ ਫੜ ਲਿਆ। ਤੂੰ ਤਾਂ ਕੋਈ ਹੋਰ ਸੋਚ ਰਿਹਾ ਸੀ। ਤੇ ਮਨ ਦੀਆਂ ਗੱਲਾਂ, ਮਨ ਦੇ ਫੁਰਰੇ ਮਨ ਵਿੱਚ ਰਹਿ ਗਏ। ਬੜਾ ਪਿਆਰਾ ਭਗਤ ਫਰੀਦ ਦਾ ਬਚਨ ਪੜ੍ਹਦੇ ਆ ਕਿ ਫਰੀਦਾ ਦਰਿਆਵੈ ਕੰਨੇ ਬਗਲਾ ਬੈਠਾ ਕੇਰ ਕਰੇ। ਉਦਾਹਰਨ ਬੜੀ ਪਿਆਰੀ ਹੈ। ਵੇਖੋ ਗੁਰਬਾਣੀ ਵਿੱਚ ਸਾਹਿਬ ਨੇ ਤਰੀਕਾ ਕਿੰਨਾ ਪਿਆਰਾ ਸਮਝਾਇਆ। ਇਨਸਾਨ ਨੂੰ ਜਿਸਨੂੰ ਕਿਹਾ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੇਂ ਤੇਰੀ ਸਿਕਦਾਰੀ। ਤੂੰ ਚੌਧਰੀ ਹੈ, ਤੂੰ ਸਰਦਾਰ ਹੈ, ਤੇ ਬਾਕੀ ਜੋਣਾ ਤੇਰਾ ਪਾਣੀ ਭਰੀਆਂ ਗੁਲਾਮ ਨੇ ਤੇਰੀਆਂ। ਪਰ ਇਸ ਇਨਸਾਨ ਨੂੰ ਸਮਝਾਉਣ ਲਈ ਕਿਤੇ ਉਦਾਹਰਨ ਦੇ ਰਹੇ ਨੇ ਬਗਲੇ ਦੀ, ਕਿਤੇ ਮੱਛੀ ਦੀ, ਕਿਤੇ ਕੁੱਤੇ ਦੀ, ਕਿਤੇ ਸੂਰ ਦੀ, ਕਿਤੇ ਗਊ ਦੀ, ਕਿਤੇ ਸੱਪ ਦੀ ਉਦਾਹਰਨ ਦੇ ਰਹੇ ਨੇ। ਭਾਈ ਤੂੰ ਹੈ ਇਨਸਾਨ, ਪਰ ਤੇਰੇ ਕਰਮ ਪਸ਼ੂਆਂ ਵਾਲੇ। ਹੁਣ ਉਦਾਹਰਨ ਤੇ ਵੇਖ, ਦਰਿਆਵੈ ਕੰਨੇ ਬਗਲਾ ਬੈਠਾ ਕੇਲ ਕਰੇ। ਇੱਕ ਬਗਲਾ ਜਿਹੜਾ ਹੈ ਦਰਿਆ ਦੇ ਕੰਢੇ ਤੇ ਬੈਠਾ ਹੋਇਆ, ਤੇ ਮਨ ਹੀ ਮਨ ਸੋਚਦਾ ਹੁਣੇ ਕੋਈ ਮੱਛੀ ਆਵੇ, ਕੋਈ ਡੱਡੀ ਆਏਗੀ, ਕੀੜਾ ਮਕੌੜਾ ਆਏਗਾ, ਉਹ ਮੈਂ ਫੜ ਲੈਣਾ। ਪਰ ਉਸਨੂੰ ਇਹ ਪਤਾ ਨਹੀਂ ਕਿ ਦੂਰ ਕਿਤੇ ਉਡਾਰੀ ਮਾਰਦਾ ਹੋਇਆ ਇੱਕ ਬਾਜ਼ ਉਹ ਮੇਰੇ ਤੇ ਨਿਗਾਹ ਰੱਖ ਕੇ ਬੈਠਾ ਹੋਇਆ। ਤੇ ਅਚਾਨਕ ਹੋਇਆ ਕਿ ਬਾਜ਼ ਨੇ ਅੱਗੇ ਚਪੜ ਮਾਰੀ ਤੇ ਬਗਲੇ ਨੂੰ ਜਦੋਂ ਫੜ ਕੇ ਲੈ ਗਿਆ ਨਾ, ਹੁਣ ਮਨ ਦੀ ਮਨ ਵਿੱਚ ਰਹਿ ਗਈ। ਇਨਸਾਨ ਦੀ ਵੀ ਆਹ ਹਾਲਤ ਹੈ। ਮਨੁੱਖ ਸੋਚਦਾ ਬਸ ਆਹ ਕੰਮ ਕਰ ਲਵਾਂ ਨਾ, ਬਸ ਇਹਦੇ ਬੇਈਮਾਨੀ ਵਿੱਚੋਂ, ਇਸ
ਕੰਮ ਹੋ ਜਾਏ, ਰਿਸ਼ਵਤ ਮਿਲੇਗੀ, ਮੈਨੂੰ 2 ਨੰਬਰ ਦੀ ਕਮਾਈ ਹੋਵੇਗੀ, ਨਾ ਪੈਸਾ ਆ ਜਾਏਗਾ, ਫਿਰ ਮੈਂ ਇਹ ਕਰਨਾ, ਇਸ ਬੰਦਾ ਧੋਖਾ ਕਰਨਾ, ਇਹਦੇ ਬੇਈਮਾਨੀ ਕਰਨੀ ਹੈ। ਪਰ ਪਤਾ ਨਹੀਂ ਕਿਤੇ ਮੌਤ ਉਹ ਬਾਜ਼ ਵਾਂਗ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛਿਜੈ, ਕਾਲ ਹਿਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਉਹ ਮੌਤ ਸ਼ਿਕਾਰੀ ਵਾਂਗ ਘੁੰਮ ਰਹੀ ਹੈ, ਪਰ ਮਨੁੱਖ ਮਨ ਹੀ ਮਨ ਕੁਝ ਹੋਰ ਹੀ ਸੋਚਦਾ ਹੈ। ਤੇ ਕਿਵੇਂ ਕਹਿੰਦੇ ਚੰਗਾ ਭਲਾ ਜੀ ਡੈਥ ਹੋ ਗਈ, ਚੰਗਾ ਭਲਾ ਸੀ, ਘਰੋਂ ਗਿਆ ਤੇ ਡੈਥ ਹੋ ਗਈ, ਅਚਾਨਕ ਡੈਥ ਹੋ ਗਈ। ਅਚਾਨਕ ਨਹੀਂ, 60 ਸਾਲ ਦਾ ਬੰਦਾ ਜਾਂਦਾ, ਕਹਿੰਦੇ ਚੰਗਾ ਭਲਾ, ਨਾ ਬੁਖਾਰ ਹੋਇਆ ਨਾ ਕੁਝ, ਅਚਾਨਕ ਚਲਾ ਗਿਆ, ਅਚਾਨਕ ਨਹੀਂ ਗਿਆ। 60 ਸਾਲ लगे ना जान लगे हैं, क्योंकि मरण लिखाए मंडल में। 60 साल जिंदगी भोगी, फिर गया संसार तो। हुण बंदा सोचदा कुछ हो ही रहा, ते मन दियां गल्लां उदों जदों बंदा मरदा है ना, ते संत सिंह मस्कीन कहते सी बंदा नहीं मरदा, उहदे फुरने मरदे ने, आसावां मरदियां। तुसीं वेखो जदों बंदा मरदा सारे पासे वेखदा, ये तो सोचिया ही नहीं सी मैं कदे, मन दे मन विच होर ही सोचदा रहा। स्कूल ਦੀਆਂ किताबां ਵਿੱਚ ना एक कहानी ਹੁੰਦੀ ਸੀ शेख चिल्ली ਦੀ। ਵਿਹਲਾ ਬੰਦਾ ਸੀ ਤੇ ਵਿਹਲੇ ਬੰਦੇ ਨੂੰ ਕੰਮ ਬੜੇ ਹੁੰਦੇ ਨੇ। ਵੈਸੇ ਜਿਹੜਾ ਬੰਦਾ ਵਿਹਲਾ ਨਾ ਕਹਿੰਦਾ ਬੜੇ ਕੰਮ ਨੇ ਮੈਨੂੰ, ਕੰਮ ਕਿਨੇ ਵਿਹਲਾ ਰਹਿਣਾ ਬਈ, ਇਹ ਵੀ ਬੜਾ ਵੱਡਾ ਕੰਮ ਹੈ। ਹੁਣ ਕਿਤੇ ਬੈਠਾ ਹੋਇਆ ਸੀ ਤੇ ਇੱਕ ਸ਼ਾਹੂਕਾਰ ਨੇ ਇੱਕ ਕਹਾਣੀ ਤੋਂ ਬੜਾ ਸੋਹਣਾ ਤੇਲ ਸਰੋਂ ਦਾ ਲਿਆ ਕੇ ਨਾ, ਘੜਾ ਮਿੱਟੀ ਦਾ, ਉਸ ਵੇਲੇ ਇਹੀ ਘੜੇ ਹੁੰਦੇ ਸੀ ਮਿੱਟੀ ਦੇ, ਉਹਦੇ ਤੇਲ ਪਾ ਕੇ ਲਿਆ ਰਿਹਾ। ਹੁਣ ਘੜਾ ਬੜਾ ਭਾਰਾ, ਸਾਹਮਣੇ ਬੈਠਾ ਹੋਇਆ ਸ਼ੇਖ ਚਿੱਲੀ ਕਹਿੰਦਾ ਵਿਹਲਾ ਬੈਠਾ, ਇਹਨੂੰ 1 ਟਕਾ ਦੇ ਦੇਣਾ ਵੀ ਤੂੰ ਮੇਰੇ ਘਰ ਤੱਕ ਲੈ ਚੱਲ, ਬੋਝ ਬੜਾ ਏ। ਉਹਨੂੰ ਕਹਿਣਾ ਕਿ ਵੀ ਏਦਾਂ ਕਰ, ਮੇਰਾ ਘੜਾ ਜਿਹੜਾ ਤੇਲ ਦਾ ਲੈ ਚੱਲ। ਕਹਿੰਦਾ ਨਹੀਂ, ਮੇਰੇ ਕੋਲ ਵਿਹਲਾ ਬੈਠਾ ਮੈਂ, ਕੰਮ ਬੜੇ ਨੇ ਮੇਰੇ ਕੋਲ। ਵਿਹਲਾ ਬੈਠਾ ਹੋਇਆ, ਕਹਿੰਦਾ ਬੜੇ ਕੰਮ ਨੇ। ਉਹ ਕਹਿੰਦਾ ਮੈਂ ਤੈਨੂੰ 1 ਟਕਾ ਦਿਆਂਗਾ, ਮੇਰੇ ਘਰ ਤੱਕ ਲੈ ਚੱਲ, ਸਰੀਰ ਮੇਰਾ ਬਿਰਧ ਹੈ, ਤੂੰ ਤਗੜਾ ਜਵਾਨ ਹੈ, ਇਹ ਲੈ ਚੱਲ, 1 ਟਕਾ ਦਿਆਂਗਾ ਤੈਨੂੰ। ਹੁਣ ਟਕਾ ਸੁਣਿਆ, ਕਿਉਂਕਿ ਵਿਹਲਾ ਸੀ, ਘਰ ਵਿੱਚ ਖਾਣਾ ਪੀਣਾ ਬਹੁਤ ਵਧੀਆ ਨੇ, ਚਲੋ 1 ਟਕਾ ਮਿਲੇਗਾ, ਚਲੋ 2 ਟਾਈਮ ਖਾਣਾ ਮਿਲ ਜਾਏਗਾ, ਉਸ ਟਕਾ ਬੜਾ ਹੁੰਦਾ ਸੀ। ਹੁਣ ਸਿਰ ਤੇ ਚੁੱਕਿਆ ਤੇਲ ਤੇ ਤੁਰੀ ਜਾ ਰਿਹਾ, ਤੇ ਮਨ ਹੀ ਮਨ ਸੋਚਦਾ ਇਹਨੇ 1 ਟਕਾ ਦੇਣਾ ਹੈ ਤਾਂ ਮੈਂ 1 ਟਕੇ ਨਾਲ 1 ਮੁਰਗੀ ਲੈ ਲੈਣੀ। ਹੁਣ ਮੁਰਗੀ ਨੇ ਫਿਰ ਅੰਡੇ ਦੇਣੇ ਨੇ, ਉਸ ਤੋਂ ਫਿਰ ਬੱਚੇ ਨਿਕਲਣਗੇ। ਫਿਰ ਇਸ ਤਰ੍ਹਾਂ ਕਰਦਿਆਂ ਕਰਦੇ ਮੈਂ ਤਾਂ 1 ਬੜਾ ਵੱਡਾ 1 ਪੋਲਟਰੀ ਫਾਰਮ ਖੋਲ ਲੈਣਾ, ਮੁਰਗੀ ਖਾਣਾ ਖੋਲ ਲੈਣਾ। ਫਿਰ ਉਹ ਮੁਰਗੀਆਂ ਦੇ ਅੰਡੇ ਵੇਚਾਂਗਾ, ਮੁਰਗੀਆਂ ਕੁਝ ਵੇਚਾਂਗਾ ਤੇ 1 ਬੱਕਰੀ ਲੈ ਲਵਾਂਗਾ, ਉਸ ਬੱਕਰੀ ਦਾ ਫਿਰ ਦੁੱਧ ਵੇਚਿਆ ਕਰਾਂਗਾ। ਦੇਖੋ ਹੈ ਕਿ ਟਕਾ ਮਿਲਣਾ ਹਾਲਾਂ, ਤੇ ਫੁਰਨੇ ਕਿੰਨੇ ਪੈਦਾ ਹੋ ਗਏ, ਜਿਵੇਂ ਪਾਣੀ ਵਿੱਚ ਕੰਕਰ ਸੁੱਟੋ ਲਹਿਰਾਂ ਤੁਰ ਪਈਆਂ ਨਾ। ਹੁਣ ਸੋਚੀ ਜਾਂਦਾ, ਤੁਰਿਆ ਜਾ ਰਿਹਾ, ਫਿਰ ਬੱਕਰੀ ਖਰੀਦਾਂਗਾ, ਦੁੱਧ ਵੇਚਾਂਗਾ, 1 ਹੋਰ ਬੱਕਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਸਾਰੇ ਬੱਕਰੀ ਦਾ ਵਾੜਾ ਬੜਾ ਬਣ ਜਾਏਗਾ ਮੇਰੇ ਕੋਲ। ਫਿਰ ਦੁੱਧ ਵੇਚ ਕੇ ਬੱਕਰੀਆਂ ਵੇਚਾਂਗਾ, ਕੁਝ ਮੁਰਗੇ ਦੇ ਅੰਡੇ ਵੇਚਾਂਗੇ, 1 ਮੱਝ ਲੈ ਲਵਾਂਗਾ, ਫਿਰ ਉਹਦਾ ਹੀ ਦੁੱਧ ਵੇਚਾਂਗੇ। ਇਸ ਤਰ੍ਹਾਂ ਕਰਦਿਆਂ ਮੈਂ 1 ਡੇਅਰੀ ਖੋਲ ਲਵਾਂਗਾ ਆਪਣੀ। ਜਦੋਂ ਇਹ ਸਭ ਹੋਏਗਾ ਕਿ ਮੇਰੇ ਕੋਲ ਬੱਕਰੀਆਂ ਵਾਲਾ ਵਾੜਾ ਹੋਵੇਗਾ, 1 ਡੇਅਰੀ ਫਾਰਮ ਹੋਏਗਾ, 1 ਪੋਲਟਰੀ ਫਾਰਮ ਹੋਏਗਾ, ਤੇ ਮੇਰੇ ਕੋਲ ਪੈਸਾ ਬੜਾ ਨਾ, ਵੱਡੀ ਕੋਠੀ ਪਾ ਲੈਣੀ ਮੈਂ। ਲੋਕਾਂ ਨੇ ਜਦੋਂ ਜਾਣਾ, ਮੈਂ ਲੋਕਾਂ ਨੇ ਚੌਧਰੀ ਸਾਹਿਬ ਕਹਿਣਾ, ਮੈਂ ਚੌਧਰੀ ਕਹਿਣਾ, ਲੋਕਾਂ ਨੇ ਸਤਿਕਾਰ ਬੜਾ ਕਰਨਾ, ਵਿਆਹ ਕਰ ਲੈਣਾ, ਘਰ ਪਰਿਵਾਰ ਬੱਚੇ ਹੋ ਜਾਣੇ, ਤੇ ਲੋਕਾਂ ਨੇ ਮੈਨੂੰ ਸੱਦ ਕੇ ਫੈਸਲੇ ਕਰਾਉਣੇ। ਜਦੋਂ ਪਿੰਡ ਵਿੱਚ ਕੋਈ ਫੈਸਲਾ ਕਰਾਉਣਾ, ਮੈਨੂੰ ਪੁੱਛਦੇ ਲੋਕੀ, ਚੌਧਰੀ ਸਾਹਿਬ ਤੁਸੀਂ ਦੱਸੋ ਫੈਸਲਾ ਕੀ ਹੈ, ਤੁਸੀਂ ਨਿਆਂ ਕਰੋ। ਲੋਕਾਂ ਨੇ ਪੁੱਛਣਾ, ਫਿਰ ਵੱਡੀਆਂ ਮੀਟਿੰਗਾਂ ਜਾਇਆ ਕਰਨਾ ਮੈਂ। ਤੇ ਜਦੋਂ ਬੱਚਿਆਂ ਨੇ ਮੈਨੂੰ ਆ ਕੇ ਕਹਿਣਾ ਬਾਪੂ ਜੀ ਘਰ ਚਲੋ ਮੰਮੀ ਬੁਲਾਉਂਦੀ ਏ, ਤਾਂ ਫਿਰ ਮੈਂ ਖਿੱਚ ਕੇ ਲੱਤ ਮਾਰ ਰਿਹਾ, ਥੱਪੜ ਮਾਰਨਾ ਖਿੱਚ ਕੇ। ਜਦੋਂ ਹੱਥ ਚੁੱਕਿਆ ਨਾ ਉਸਨੇ ਜ਼ੋਰ ਦਾ, ਤੇ ਜੋ ਘੜਾ ਸੀ ਚੁੱਕੇ ਵਗਾ ਕੇ ਥੱਲੇ ਮਾਰਿਆ, ਉੱਥੇ ਟੁੱਟ ਗਿਆ। ਤੇ ਸ਼ਾਹੂਕਾਰ ਕਹਿੰਦਾ ਮੂਰਖਾ, 1 ਕਰਤਾ ਤੂੰ, ਇੰਨਾ ਮਹਿੰਗਾ ਮੈਂ ਲੈ ਕੇ ਆਇਆ ਸੀ ਤੇਲ, ਜੇ ਨਹੀਂ ਲੈ ਕੇ ਜਾਣਾ ਸੀ ਸੁੱਟ ਕੇ ਨੁਕਸਾਨ ਕਰ ਗਿਆ। ਕਹਿੰਦਾ ਤੇਰਾ ਤੇਲ ਗਿਆ, ਮੇਰਾ ਤਾਂ ਸਾਰਾ ਟੱਬਰ ਹੀ ਖਤਮ ਹੋ ਗਿਆ। ਇਹ ਕੌਣ ਸੀ? ਸ਼ੇਖ ਚਿੱਲੀ। ਤੇ ਹੁਣ ਉਹਦੇ ਵਰਗੇ ਅਸੀਂ ਵੀ ਸ਼ੇਖ ਚਿੱਲੀ ਬੜੇ ਘੁੰਮਦੇ ਫਿਰਦੇ ਆ ਕਿ ਆਹ ਕਰਾਂਗੇ, ਫਿਰ ਆਹ ਕਰਾਂਗੇ, ਸੋਚਦੇ ਆ। ਇਹ ਨਹੀਂ ਕਹਿੰਦਾ ਉਹਦੇ ਵੀ ਮੈਂ ਬੰਦਗੀ ਵੀ ਕਰ ਰਹਾ ਕਿਤੇ, ਕਿ ਬਹੁਤ ਸੁਥੋਣਾ ਸਮਾਂ ਹੈ। ਹਮ ਆਦਮੀ ਹੈ ਇੱਕਦਮੀ, ਮੋਹਲਤ ਮੌਤ ਨਾ ਜਾਣਾ, ਨਾਨਕ ਬਿਨ ਮੈਂ ਤਿਸੈ ਸਰੇਵੋ,
जाके जी ये नहीं सोचता भाई हूँ ये तो किन्ने साल 30 साल लंघे 45 साल लगे 50 साल लगे हूँ मैं गुरु वाला कितने बन जावा हूँ अमृत छक लवा हूँ नशे छड़ दिया मैं हूँ फैशन बस त्याग के गुरु वाले मार्ग तुरा नहीं तुरता तो फिर गुरु तेग बहादुर साहब ने मन के मन ही माहे रही मन के फुरने मन में रह जाते हैं ना हर भजे ना इन्हें कदे रब की बंदगी की होंगी ना तीरथ सेवे ना कदे गुरुजनों की गुरमुखों की संगत की होंगी है ते चोटी काल गए मौत अगे सिर तो फड़नी पई चल हुण तेरा समा आ गया इसलिए साहब ने भजो गोबिंद भूल मत जाहो मानस जन्म का ही ला जब लग जरा रोग नहीं आया जब लग काल ग्रसी नहीं काया जब लग बिकल भई नहीं बाणी भजले रे मन सारंग पानी अब ना भजस भजस का भाई आवे अंत ना भजया जाए यही तेरा अवसर यही तेरी बार घट भीतर तू देख विचार यही तेन मौका मिलिया होया ये बार बार मिलता नहीं पर इस मौके दे विच इस समय अंदर इस अवसर विच मनुख किते होर ही तुरिया फिरदा किते मन दे फुरने किते होर ही लै जांदे जिवें सुनदे गुरु साहब गुरु नानक साहब ने जदों नवाब नूं जां काजी नाल विचार हुंदी उहनूं कहंदे तुहाडे दा मन किते होर शरीर नमाज़ां पढ़ रहे सी पर मन तुहाडे किते होर घूमदे फिरदे पर साडे मन च फुरने बड़े पैदा होंदे ने गुरु कृपा करन ये फुरने कंट्रोल साडे आ जाए जिस करके संसार जीवन मिले साहिब कहने लगे दारा मीत पूत रथ संपत दारा कहते पत्नी नूं मीत मित्र जिहड़े ने पूत पुत्र रथ पहले रथ से गड्डियां आ गई संपत्ति धन पूर्ण सब मही ये धन ये सारी जमीन जड़ी बंदा बड़े सोचा करता है ये पत्नी मेरी है अब बच्चा मेरा है कल नूं मैं अपनी थां ते नौकरी ते लवा देना अपनी थां ते इनू मैं सेठ बना देना अपनी जगह का इनू मालिक है जमीन मेरी बड़ी इत्थे मैं जमीन ते आ बनाउणा इत्थे आ बनाउणा कई बार असीं मिलदे हां कि लोकां नूं कहण लगे जी बस हुणे असीं इन्हां ने नीहां बनवाइयां सन सिर्फ बड़ियां गहरियां नीवां इन्हां नीहां नूं बनाया सवेरे कोठी पानी है थले दुकाना पावांगे तो मकान बनावांगे पर सिर्फ नीहां ही पईयां होंदियां ने ते चढ़ाई कर जाता साहब जी कहने ये दारा मीत पूत संपत धन पूर्ण सब ही अवर सगल मिथ्याए जानो भजन राम को सही ये सब नासमान है नासमान भाव कि तेरे नाल नहीं जाने वाला अज है तेरे कोल कल दा मालिक कोई होर होवेगा साहब कहने असल विच वो रब दी बंदगी कर भजन राम को सही जो भजन करना से किता ही नहीं फिरत फिरत बहुते जुग हारियो ये जन्म भटकदियां होइयां किन्ना समा गुजार दिता तू फिरत फिरत बहुते जुग हारियो मानस दे लही हुण तैनूं मनुखा दे मिले शरीर मिली ते मनुखा जीवन चाहण दा जो मकसद है उस रब दी बंदगी करनी इबादत करनी करदा ही नहीं नानक कहत मिलन की बरिया सिमरत कहा नहीं ते गुरु तेग बहादुर साहब के लगे हुण ये उस रब दे मिलन दी वारी मिली हुई ये समा मिले हुए रब तो मिलन दा मिल जगदीश मिलन की बरिया चिरन काले दे संजरी बड़े चिरां तो बाद बड़े समय तो बाद नूं शरीर मिले ते मिले उसकी इबादत करन लई बंदगी करन लई नेक कर्म करन लई पर मनुख इत्थे आके जिहड़ा भुल जांदा ते गुरु साहब कहन लगे क्यों सिमरन नहीं करता क्यों बंदगी नहीं करता उसकी बंदगी कर ताकि तेरी जिंदगी का जो मकसद है वो पूर्ण हो जाए ताकि तेरा संसार विच आउणा इस मनुखा जीवन विच आउणा सफल हो जाए ये लोग सुखीए परलोक सुहेले नानक हर बापे मेले हो जान सतगुर कृपा करन रहमत करन असीं भी इस मनुखा जीवन दे जो जी शरीर मिलिया हुए है रोज़ पढ़ते हैं ना रात नूं जो सोहला बाणी पढ़ते हैं साहब ने करो बेनती सुनो मेरे मिता संत टहल की बेला इहा खाड़ चलो हर लाहा आ गए बसन सुहेला कहने वेख लै भई औद घटाए दिन सै ना आ रही तेरे जिंदगी जो दिन लंघ रहे ने रातां लंघ रही ने उम्र घटद रही है औद घटाए दिन सै ना रहे मन गुर मिल का सारे गुरु नूं मिल के
इस जिंदगी का कार्य सवार लै, सतगुर कृपा करन। असीं भी नित्ता प्रति गुर की गोद च बैठीए, बाणी पढ़ीए, सिमरन भजन बंदगी करिए, सेवा करिए और संसार के कार विहार करते हुए उस रब नूं हमेशा चेते करिए ताकि संसार विच आउणा सफल हो जाए। इतने विचार प्रवान करने विचार करदियां अनेकों प्रकार दीयां भुल्लां गलतियां हो जाया करदियां हन। अंत में सारे मिल के अरदास गुरु जी, तुमरी शरण तुम्हारी आसा, तुम ही सजन सुहेले, राखो राखण हार दयाला। नानक करके बोले फतेह प्रवानो। वाहिगुरु जी का खालसा, वाहिगुरु जी की फतेह।